ਭਾਜਪਾ ਆਗੂ ਛੱਡੋ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੀ ਸਭ ਨਾਲੋਂ ਵੱਡੀ ਕਮਿਟਮੈਂਟ ਸ਼ੋਅ ਕੀਤੀ ਆ ਕਿ ਉਹਨਾਂ ਤੋਂ ਵੱਡਾ ਕਿਸਾਨ ਹਿਤੈਸ਼ੀ ਕੋਈ ਨਹੀਂ। ਕੁਝ ਤਾਕਤਾਂ ਐਸੀਆਂ ਨੇ ਜਿਹੜੀਆਂ ਸ਼ਾਇਦ ਮੈਂ ਸਮਝਾਂਗਾ ਕਿ ਗੱਲ ਤਾਂ ਕਿਸਾਨ ਦੀਆਂ ਕਰਦੀਆਂ, ਲੇਕਿਨ ਕਿਸਾਨ ਦੀਆਂ ਹਿਤੈਸ਼ੀ ਨਹੀਂ ਹੈ। ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਗੁੰਮਰਾਹ ਕੀਤਾ। ਇਸ ਚੀਜ਼ ਦਾ ਲਾਭ ਉਠਾ ਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਆ। ਸਰਕਾਰ ਨੇ ਕਿਹਾ ਠੀਕ ਹੈ, ਜੇ ਤੁਹਾਡੀਆਂ ਕੋਈ ਸ਼ੰਕਾਵਾਂ ਨੇ ਤਾਂ ਸਾਡੇ ਕੋਲ ਤੁਸੀਂ ਇਸ ਬਾਰੇ ਗੱਲਬਾਤ ਕਰੋ। ਔਰ ਇਹ ਸਾਰੀ ਗੱਲਬਾਤ ਦੀ ਦੌਰ ਦੇ ਵਿੱਚ ਕਦੇ ਵੀ ਇਹ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਸੋ ਕਾਲਡ ਕਹਿੰਦੇ ਆ, ਉਹਨਾਂ ਵਿੱਚ ਕਾਲਾ ਕੀ ਹੈ ਕਦੇ ਕੋਈ ਦੱਸ ਨਹੀਂ ਸਕਦਾ। ਵਿਜ਼ਨ ਪੰਜਾਬ ਟੀਵੀ ਵੇਖਣ ਵਾਲੇ ਸਮੁੱਚੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਤਵਿੰਦਰ ਰੰਧਾਵਾ। तमाम ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਭਾਜਪਾ ਪ੍ਰਧਾਨ ਅਰੁਣ ਸੂਦ ਜੀ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ। ਧੰਨਵਾਦ ਜੀ, ਰੰਧਾਵਾ ਜੀ। ਸੂਦ ਸਾਹਿਬ, ਖੇਤੀ ਕਾਨੂੰਨਾਂ ਤੋਂ ਸ਼ੁਰੂ ਕਰਾਂਗੇ। ਪਿਛਲੇ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਪਰ ਅਜੇ ਤੱਕ ਕਿਸੇ ਵੀ ਭਾਜਪਾ ਆਗੂ ਦਾ ਇਹ ਬਿਆਨ ਨਹੀਂ ਆਇਆ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨੇ। ਇਸ ਤਰ੍ਹਾਂ ਕਿਉਂ ਹੋ ਰਿਹਾ? ਭਾਜਪਾ ਆਗੂ ਛੱਡੋ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੀ ਸਭ ਨਾਲੋਂ ਵੱਡੀ ਕਮਿਟਮੈਂਟ ਸ਼ੋਅ ਕੀਤੀ ਆ ਕਿ ਉਹਨਾਂ ਤੋਂ ਵੱਡਾ ਕਿਸਾਨ ਹਿਤੈਸ਼ੀ ਕੋਈ ਨਹੀਂ। ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਲਈ ਉਹਨਾਂ ਦੀ ਸਰਕਾਰ ਹੈ ਔਰ 2024 ਤੱਕ ਉਹ ਕਿਸਾਨਾਂ ਦੀ ਆਏ ਦੁੱਗਣੀ ਕਰਨਾ ਚਾਹੁੰਦੇ ਆ। ਮੈਂ ਸਮਝਦਾ ਕਿ ਇਦੋਂ ਵੱਡਾ ਕੋਈ ਬਿਆਨ ਜਿਹੜਾ ਕਿਸਾਨਾਂ ਦੇ ਹੱਕ 'ਚ ਨਹੀਂ ਹੋ ਸਕਦਾ। ਔਰ ਉਸੇ ਕੜੀ 'ਚ ਹੀ ਕੰਮ ਕਰਦਿਆਂ ਹੋਇਆਂ ਉਹਨਾਂ ਨੇ ਕਿਸਾਨਾਂ ਦੀ ਜਿਹੜੀ ਸਥਿਤੀ ਹੈ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਬਹੁਤ ਦੁਰਭਾਗਿਆਪੂਰਨ ਰਹੀ ਹੈ। ਲਗਾਤਾਰ ਆਜ਼ਾਦੀ ਤੋਂ ਬਾਅਦ ਹਰ ਪ੍ਰਦੇਸ਼ ਦੇ ਵਿੱਚ ਕਿਸਾਨ ਆਤਮ ਹੱਤਿਆ ਕਰਦਾ ਰਿਹਾ, ਕਿਸਾਨ ਕਰਜ਼ਿਆਂ ਦੇ ਥੱਲੇ ਦੱਬਿਆ ਰਿਹਾ ਔਰ ਖਾਸ ਕਰਕੇ ਛੋਟਾ ਕਿਸਾਨ ਜਿਹੜਾ ਹੈਗਾ ਉਹ ਵਿਚੋਲੀਆਂ ਦਲਾਲਾਂ ਦੇ ਜਿਹੜੇ ਸ਼ਿਕੰਜੇ 'ਚੋਂ ਬਾਹਰ ਨਹੀਂ ਨਿਕਲ ਪਾਇਆ। ਲੇਕਿਨ 2014 ਤੋਂ ਬਾਅਦ ਮੋਦੀ ਸਰਕਾਰ ਨੇ ਆ ਕੇ ਕਈ ਐਸੇ ਸਟੈਪ ਚੱਕੇ ਨੇ ਜਿਹੜੇ ਕਿਸਾਨ ਹਿਤੈਸ਼ੀ ਨੇ। ਜਿਸ ਤਰ੍ਹਾਂ ਆਪਾਂ ਲੈ ਲਈਏ, ਪਹਿਲਾਂ ਯੂਰੀਆ ਦੇ ਲਈ ਖੂਨ ਖਰਾਬਾ ਹੁੰਦਾ ਸੀ। ਯੂਰੀਆ ਕਿਸਾਨਾਂ ਨੂੰ ਨਾ ਮਿਲ ਕੇ ਉਹਦਾ ਕੈਮੀਕਲ ਕੱਢ ਕੇ ਉਹ ਕਾਲਾਬਾਜ਼ਾਰੀ ਹੁੰਦੀ ਸੀ। ਨੀਮ ਕੋਟਿਡ ਯੂਰੀਆ ਆਉਣ ਤੋਂ ਬਾਅਦ ਯੂਰੀਆ ਦੀ ਕਾਲਾਬਾਜ਼ਾਰੀ ਬੰਦ ਹੋਈ। ਕਿਸਾਨ ਸਨਮਾਨ ਨਿਧੀ ਜਿਹੜਾ ਹੈਗਾ 11 ਕਰੋੜ ਕਿਸਾਨਾਂ ਨੂੰ ਜਿਹੜਾ ਹੈ ਇਸ ਦਾ ਅੱਜ ਤੱਕ ਲਾਭ ਪਹੁੰਚ ਚੁੱਕਿਆ। ਲਗਾਤਾਰ ਉਹਦੀਆਂ ਕਿਸ਼ਤਾਂ ਜਿਹੜੀਆਂ ਨੇ ਹਰ 3 ਮਹੀਨੇ ਬਾਅਦ ਉਹ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਜਾ ਰਹੀਆਂ ਨੇ। ਕਿਸਾਨ ਸੋਇਲ ਕਾਰਡ ਦੇ ਮਾਧਿਅਮ ਦੇ ਨਾਲ ਕਿਸਾਨ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰ ਸਕਦਾ ਹੈ। ਇਸੇ ਤਰੀਕੇ ਨਾਲ ਕਿਸਾਨਾਂ ਦੀ ਕਿਸਾਨ ਫਸਲ ਬੀਮਾ ਯੋਜਨਾ ਲਿਆਂਦੀ ਗਈ। ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਉਸੇ ਕੜੀ ਦੇ ਵਿੱਚ ਵੀ ਜਿਹੜਾ ਸਰਕਾਰ ਦਾ ਮੰਤਵ ਹੈ, ਸਰਕਾਰ ਦਾ ਟੀਚਾ ਹੈ ਕਿ 2024 ਤੱਕ ਕਿਸਾਨਾਂ ਦੀ ਆਏ ਨੂੰ ਦੁੱਗਣਾ ਕਰਨਾ ਹੈ। ਉਸ ਦੇ ਤਹਿਤ ਹੀ ਇਹ 3 ਕਾਨੂੰਨ ਲਿਆਂਦੇ ਗਏ ਸੀ। ਲੇਕਿਨ ਇਹ ਬੜਾ ਮੰਦਭਾਗਾ ਹੈ ਕਿ ਕੁਝ ਤਾਕਤਾਂ ਐਸੀਆਂ ਨੇ ਜਿਹੜੀਆਂ ਸ਼ਾਇਦ ਮੈਂ ਸਮਝਾਂਗਾ ਕਿ ਗੱਲ ਤਾਂ ਕਿਸਾਨ ਦੀਆਂ ਕਰਦੀਆਂ, ਲੇਕਿਨ ਕਿਸਾਨ ਦੀਆਂ ਹਿਤੈਸ਼ੀ ਨਹੀਂ ਹੈ। ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਗੁੰਮਰਾਹ ਕੀਤਾ। ਲੇਕਿਨ ਸਰਕਾਰ ਨੇ ਫਿਰ, ਜਿਵੇਂ ਤੁਸੀਂ ਗੱਲ ਕੀਤੀ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਵੀ ਬੈਠੇ ਨੇ, ਚੰਡੀਗੜ੍ਹ ਦੇ ਚੌਂਕਾਂ 'ਤੇ ਵੀ ਨੇ, ਪੰਜਾਬ ਦੇ ਵਿੱਚ ਵੀ ਧਰਨੇ ਜਾਰੀ ਨੇ। ਕੁਝ ਲੋਕ ਇਸ ਚੀਜ਼ ਦਾ ਲਾਭ ਉਠਾ ਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਆ। ਸਰਕਾਰ ਨੇ ਕਿਹਾ ਠੀਕ ਹੈ, ਜੇ ਤੁਹਾਡੀਆਂ ਕੋਈ ਸ਼ੰਕਾਵਾਂ ਨੇ ਤਾਂ ਸਾਡੇ ਕੋਲ ਤੁਸੀਂ ਇਸ ਬਾਰੇ ਗੱਲਬਾਤ ਕਰੋ। 11 ਦੌਰ ਦੀ ਗੱਲਬਾਤ ਚੱਲੀ ਵੀ। ਭਾਰਤ ਸਰਕਾਰ ਦੇ 3 ਵੱਡੇ ਮੰਤਰੀ ਜਿਹੜੇ ਹੈ ਕਿਸਾਨਾਂ ਜਥੇਬੰਦੀਆਂ ਨਾਲ ਗੱਲ ਕਰਦੇ ਰਹੇ ਨੇ, ਲੇਕਿਨ ਉਸ ਦਾ ਕੋਈ ਸਿੱਟਾ ਨਾ ਨਿਕਲ ਪਾਇਆ ਕਿ ਜੇ ਗੱਲਬਾਤ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਸਿਰੇ ਚੜ੍ਹਦੀ ਵੀ ਸੀ, ਉਹ ਕਹਿੰਦੇ ਸੀ ਅਸੀਂ ਕੁਝ ਲੋਕ ਜਿਹੜੇ ਇਸ ਅੰਦੋਲਨ ਨੂੰ ਬੈਕ ਸੀਟ ਤੋਂ ਡਰਾਈਵ ਕਰ ਰਹੇ ਨੇ ਉਹਨਾਂ ਨਾਲ ਜਾ ਕੇ ਗੱਲਬਾਤ ਕਰਕੇ ਦੱਸਾਂਗੇ। ਔਰ ਇਹ ਸਾਰੀ ਗੱਲਬਾਤ ਦੀ ਦੌਰ ਦੇ ਵਿੱਚ ਕਦੇ ਵੀ ਇਹ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਸੋ ਕਾਲਡ ਕਹਿੰਦੇ ਆ, ਉਹਨਾਂ ਵਿੱਚ ਕਾਲਾ ਕੀ ਹੈ ਕਦੇ ਕੋਈ ਦੱਸ ਨਹੀਂ ਸਕਿਆ। ਸਰਕਾਰ ਹਾਲੇ ਵੀ ਸਵਾਗਤ ਕਰਦੀ ਹੈ ਕਿਸੇ ਤਰੀਕੇ ਦੀ ਗੱਲਬਾਤ ਤੋਂ, ਕਿਸੇ ਤਰੀਕੇ ਦੇ ਵੀ ਵਿਚਾਰ ਤੋਂ, ਕਿਸੇ ਤਰੀਕੇ ਦੇ ਵੀ ਸੰਸ਼ੋਧਨ ਤੋਂ ਸਰਕਾਰ ਜਿਹੜੀ ਹੈ ਪਿੱਛੇ ਨਹੀਂ ਹਟ ਰਹੀ। ਸੂਦ ਸਾਹਿਬ, ਫਿਰ 11 ਵਾਰ ਡਾਇਲੋਗ ਹੁੰਦਾ ਹੈ, ਉਹ ਤੋਂ ਬਾਅਦ ਡਾਇਲੋਗ ਕਿਉਂ ਨਹੀਂ ਹੁੰਦਾ? ਕਿੱਥੇ ਰੁਕਾਵਟ ਕਿੱਥੇ ਆ ਰਹੀ ਹੈ? ਇਹ ਤਾਂ ਕਿਸਾਨਾਂ ਵੱਲੋਂ ਹੀ ਜਿਹੜਾ ਹੈਗਾ ਉਹ ਰੁਕਾਵਟ ਆਈ ਕਿ ਉਹਨਾਂ ਨੇ ਆਪਣਾ ਇਸ ਚੀਜ਼ ਨੂੰ ਮਨ੍ਹਾ ਕਰ ਦਿੱਤਾ। ਲੇਕਿਨ ਜਿਸ ਤਰ੍ਹਾਂ ਉਹ ਕਹਿੰਦੇ ਰਹੇ ਨੇ ਕਿ ਕਾਨੂੰਨ ਵਾਪਸ ਲਵੋ ਤਾਂ ਗੱਲਬਾਤ ਹੋਏਗੀ, ਫਿਰ ਗੱਲਬਾਤ ਦਾ ਤਾਂ ਕੋਈ ਵਿਸ਼ਾ ਹੀ ਹੈ ਨਹੀਂ ਹੈ। ਗੱਲਬਾਤ ਦਾ ਤਾਂ ਕਾਨੂੰਨ ਬਣਾਉਣ ਦਾ ਅਧਿਕਾਰ ਦੇਸ਼ ਦੀ ਪਾਰਲੀਮੈਂਟ ਨੂੰ ਹੈ, ਜਿੱਥੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨੇ। ਦੇਸ਼ ਦੇ ਦੋਨਾਂ ਸਦਨਾਂ ਨੇ ਬਹੁਮਤ ਨਾਲ ਇਸ ਕਾਨੂੰਨ ਨੂੰ ਪਾਸ ਕੀਤਾ। ਅੱਜ ਜਿਹੜੀਆਂ ਕੁਝ ਪੋਲੀਟੀਕਲ ਪਾਰਟੀਆਂ ਇਹ ਇਲਜ਼ਾਮ ਲਗਾ ਰਹੀਆਂ ਨੇ ਬੀਜੇਪੀ ਦੇ ਉੱਤੇ, ਇਹੀ ਬਾਦਲ, ਵੱਡੇ ਬਾਦਲ ਸਾਹਿਬ ਹੋਣ, ਸੁਖਬੀਰ ਬਾਦਲ ਹੋਣ, ਹਰਸਿਮਰਤ ਹੋਣ, ਇਹਨਾਂ ਨੇ ਕਾਨੂੰਨਾਂ ਦੇ ਹੱਕ ਦੇ ਵਿੱਚ ਵੋਟ ਪਾਈ, ਇਹਨਾਂ ਨੇ ਕਾਨੂੰਨਾਂ ਦੇ ਹੱਕ ਦੇ ਵਿੱਚ ਆਪਣੇ ਬਿਆਨ ਦਿੱਤੇ,
ਇਹਨਾਂ ਨੇ ਕਿਹਾ ਸਾਨੂੰ ਕ੍ਰਿਸ਼ੀ ਮੰਤਰੀ ਤੋਂ ਚਿੱਠੀ ਲਿਆ ਦਿਓ, MSP ਨਹੀਂ ਖਤਮ ਕਰਾਂਗੇ। ਅਸੀਂ ਉਹ ਚਿੱਠੀ ਦੇ ਦਿੱਤੀ। ਇਹਨਾਂ ਨੇ ਕਿਹਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤੁਸੀਂ ਪ੍ਰਧਾਨ ਮੰਤਰੀ ਕ੍ਰਿਸ਼ੀ ਮੰਤਰੀ ਬਿਆਨ ਦੇ ਦੇਣ, MSP ਨਹੀਂ ਖਤਮ ਕਰਾਂਗੇ। ਦੇਸ਼ ਦੇ ਪ੍ਰਧਾਨ ਮੰਤਰੀ ਕ੍ਰਿਸ਼ੀ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਅਸੀਂ ਜਿਹੜਾ ਹੈਗਾ MSP ਥੀ, MSP ਹੈ, MSP ਰਹੇਗੀ। MSP ਜਿਹੜਾ ਹੈ ਐਡਮਿਨਿਸਟ੍ਰੇਟਿਵ ਡਿਸੀਜਨ ਪਹਿਲਾਂ ਤੋਂ ਹੀ ਰਿਹਾ, ਹੁਣ ਵੀ ਐਡਮਿਨਿਸਟ੍ਰੇਟਿਵ ਡਿਸੀਜਨ ਹੈ। ਰੁਕ ਕਰ ਲੈਂਦੇ ਆ। ਯੂਪੀ ਦੇ ਵਿੱਚ ਲਖੀਮਪੁਰ ਖੀਰੀ ਵਿੱਚ ਜੋ ਵੀ ਮੰਦਭਾਗੀ ਘਟਨਾ ਵਾਪਰੀ ਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ? ਬਹੁਤ ਭਾਗੀ ਘਟਨਾ ਹੈ ਜੀ, ਬਹੁਤ ਨਿੰਦਾਯੋਗ ਹੈ। ਔਰ ਮੈਂ ਸਮਝਦਾ ਕਿ ਜਿਹੜੇ ਵੀ 8 ਲੋਕਾਂ ਦੀ ਜਾਨ ਗਈ ਹੈ ਉਹ ਸ਼ਾਇਦ ਇਹੋ ਜਿਹੀ ਦੁਰਭਾਗਿਆਪੂਰਨ ਘਟਨਾ ਔਰ ਇੰਨੀ ਦਰਦਨਾਕ ਘਟਨਾ ਨਹੀਂ ਹੋਣੀ ਚਾਹੀਦੀ ਸੀ। ਔਰ ਮੇਰਾ ਇਹ ਮੰਨਣਾ ਹੈ ਕਿ ਹੁਣ ਤੱਕ ਸੁਪਰੀਮ ਕੋਰਟ ਨੇ ਵੀ ਇਹਦਾ ਸੰਗਿਆਨ ਲਿਆ। ਸਰਕਾਰ ਉੱਥੋਂ ਦੀ ਸਰਕਾਰ ਨੇ ਹੁਣ ਜਿਹਨਾਂ ਦੇ ਜੀ ਚਲੇ ਗਏ ਉਹਨਾਂ ਨੂੰ ਵਾਪਸ ਤਾਂ ਲਿਆਂਦਾ ਨਹੀਂ ਜਾ ਸਕਦਾ। ਸਰਕਾਰ ਨੇ ਉਹਨਾਂ ਨੂੰ ਮੁਆਵਜ਼ਾ, ਸਰਕਾਰੀ ਨੌਕਰੀ, ਜਾਂਚ ਦਾ ਸਾਰਾ ਆਸ਼ਵਾਸਨ ਦਿੱਤਾ ਹੈ ਔਰ ਕਰ ਵੀ ਰਹੀ ਹੈ। ਔਰ ਪਰ ਕੁਝ ਲੋਕ ਨੇ ਜਿਹੜੇ ਕੋਈ ਹਜ਼ਾਰਾਂ ਗੱਡੀਆਂ ਦੇ ਕਾਫਲੇ ਲੈ ਜਾਣਗੇ ਜੀ, ਫਲਾਨਾ ਕਰ ਲਾਂਗੇ ਜੀ, ਇਸ ਤਰ੍ਹਾਂ ਦੇ ਉੱਥੇ ਜਾ ਕੇ ਲਾਸ਼ਾਂ ਦੀ ਰਾਜਨੀਤੀ ਜਿਹੜੇ ਲੋਕ ਕਰ ਰਹੇ ਨੇ, ਮੈਂ ਸਮਝਦਾ ਇਹ ਵੀ ਮੰਦਭਾਗਾ ਹੈ। ਇਹ ਵੀ ਜਿਹੜਾ ਨਹੀਂ ਹੋਣਾ ਚਾਹੀਦਾ। ਕਿਸੇ ਦੇ ਜ਼ਖਮਾਂ ਤੇ ਮਰਹਮ ਲਗਾਉਣ ਲਈ ਤੁਸੀਂ ਜਾਣਾ ਤਾਂ ਜਾਓ, ਤੁਸੀਂ ਆਪਣੀ ਰਾਜਨੀਤੀ ਚਮਕਾਉਣ ਲਈ ਜੇ ਉੱਥੇ ਜਾਣਾ ਚਾਹੁੰਦੇ ਹੋ। ਜਦੋਂ ਇਹ ਸੋਨੀਆ ਗਾਂਧੀ ਤੇ ਇਹੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਜਾਂ ਇਹੀ ਸਿੱਧੂ ਸਾਹਿਬ, ਜਦੋਂ ਇਹਨਾਂ ਦੀ ਰਾਜਸਥਾਨ ਸਰਕਾਰ ਨੇ ਰਾਜਸਥਾਨ ਦੇ ਵਿੱਚ ਕਿਸਾਨਾਂ ਤੇ ਲਾਠੀ ਚਾਰਜ ਕੀਤਾ, ਉਹਨਾਂ ਤੇ ਜ਼ੁਲਮੋ ਸਿਤਮ ਕੀਤਾ, ਉਦੋਂ ਉਹਨਾਂ ਦੀ ਖਬਰ ਰਾਜਸਥਾਨ ਦੇ ਵਿੱਚ ਲੈਣ ਕਿਉਂ ਨਹੀਂ ਗਏ? ਜੇ ਕਿਸਾਨ ਹਤੇਸ਼ੀ ਹੁੰਦੇ ਤਾਂ ਰਾਜਸਥਾਨ ਵੀ ਜਾਂਦੇ। ਜ਼ਰੂਰੀ ਹੈ ਵੀ ਜਦੋਂ ਕੋਈ ਮਰੂਗਾ ਉਦੋਂ ਹੀ ਜਾਵਾਂਗੇ। ਇਸ ਕਰਕੇ ਲਾਸ਼ਾਂ ਦੀ ਰਾਜਨੀਤੀ ਕਰ ਰਹੇ ਨੇ। ਸੂਦ ਸਾਹਿਬ, ਪੂਰੇ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਦਾ ਨਾਮ ਸਾਹਮਣੇ ਆ ਰਿਹਾ ਆਸ਼ੀਸ਼ ਮਿਸ਼ਰਾ। ਉਹਨਾਂ ਦੇ ਪਿਤਾ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ। ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਫਿਰ ਬਰਖਾਸਤਗੀ ਕਰ ਦੇਣੀ ਚਾਹੀਦੀ ਉਹਨਾਂ ਨੂੰ? ਕੇਂਦਰੀ ਮੰਤਰੀ ਮੇਰਾ ਮੁੰਡਾ ਜੇ ਕੋਈ ਗਲਤੀ ਕਰਦਾ ਜੀ ਤਾਂ ਕਾਨੂੰਨ ਆਪਣਾ ਕੰਮ ਕਰਦਾ, ਲੇਕਿਨ ਉਹਦੇ 'ਚ ਜੇ ਤਾਂ ਕਿਤੇ ਮੇਰਾ ਕੋਈ ਉਕਸਾਵਾ ਹੈ, ਮੇਰਾ ਕੋਈ ਮੋਰਲ, ਕੋਈ ਕਿਸੇ ਤਰੀਕੇ ਦੀ ਕੋਈ ਜਿਹਨੂੰ ਕਹਿ ਲਓ ਕੋਈ ਕਮੀ ਹੈ, ਉਹਨਾਂ ਦੀ ਕਿਸੇ ਤਰੀਕੇ ਦੀ ਨਾ ਲੀਗਲੀ ਨਾ ਮੋਰਲੀ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ। ਇੱਕ ਨੰਬਰ 1। ਇਸ ਕਰਕੇ ਮੈਂ ਨਹੀਂ ਸਮਝਿਆ ਕਿ ਕੇਂਦਰੀ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ। ਦੂਸਰਾ, ਜਿਹੜਾ ਉਹਨਾਂ ਦਾ ਮੁੰਡਾ, ਇਸ ਤਰ੍ਹਾਂ ਦੀ ਗੱਲਬਾਤ ਆ ਰਹੀ, ਹਲੇ ਤੱਕ ਦੇ ਕਿਸੇ ਵੀਡੀਓ ਦੇ ਵਿੱਚ ਵੀ ਉਹ ਮੁੰਡਾ ਨਹੀਂ ਆਇਆ ਔਰ ਉਹ ਮੁੰਡਾ ਉੱਥੇ ਮੌਕੇ 'ਤੇ ਸੀ ਨਹੀਂ। ਜੋ ਹੁੰਦਾ ਤਾਂ ਉੱਥੇ ਤਾਂ ਗੱਡੀਆਂ ਸਾਰੀਆਂ ਘੇਰ ਲੀਆਂ ਸੀਗੀਆਂ। ਉੱਥੇ ਲੋਕਾਂ ਨੂੰ 3 BJP ਦੇ ਵਰਕਰਾਂ ਨੂੰ ਵੀ ਕੁੱਟ-ਕੁੱਟ ਮਾਰਿਆ, ਇੱਕ ਡਰਾਈਵਰ ਨੂੰ ਵੀ ਕੁੱਟ ਕੇ ਮਾਰਿਆ ਹੈ। ਇਸ ਕਰਕੇ ਪੁਲਿਸ ਜਾਂਚ ਕਰ ਰਹੀ ਹੈ। ਔਰ ਮੈਂ ਤੁਹਾਡੇ ਨਾਲ ਪਹਿਲਾਂ ਮੈਂ ਮੰਗ ਕਰਾਂਗਾ ਕਿ ਜੇ ਉਹ ਮਿਸ਼ਰਾ, ਆਸ਼ੀਸ਼ ਮਿਸ਼ਰਾ ਉੱਥੇ ਬੇਟਾ ਸ਼ਾਮਲ ਸੀਗਾ ਤੇ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬਣਦੀ ਹੈ, 302 ਦਾ ਕੇਸ ਲੱਗਿਆ ਹੋਇਆ, ਹੱਤਿਆ ਦਾ ਕੇਸ ਆ ਸਰੇਆਮ, ਤੇ ਉਹਦੇ ਤੇ ਹੱਤਿਆ ਦਾ ਜੋ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ। ਸੂਦ ਸਾਹਿਬ, ਤੁਹਾਨੂੰ ਨਹੀਂ ਕਿਤੇ ਨਾ ਕਿਤੇ ਲੱਗਦਾ ਕਿ ਕਿਤੇ ਨਾ ਕਿਤੇ ਸਿਆਸੀ ਸ਼ਾਹ ਤਾਂ ਮਿਲਦੀ ਹੋਈ ਹੈ? ਜੇਕਰ ਪਿਤਾ ਕੇਂਦਰੀ ਮੰਤਰੀ ਹੈ ਤੇ ਜਿਹੜਾ ਬੱਚਾ ਉਸ ਨੂੰ ਵੀ ਸਿਆਸੀ ਸ਼ਾਹ ਮਿਲ ਹੀ ਜਾਂਦੀ ਹੈ? ਨਹੀਂ, ਹੋ ਸਕਦਾ ਕੁਝ ਕੇਸਾਂ ਦੇ ਵਿੱਚ ਬੱਚੇ ਆਪਣੇ ਮਾਂ-ਬਾਪ ਦੇ ਪੋਜੀਸ਼ਨ ਦਾ ਦੁਰਉਪਯੋਗ ਕਰਦੇ ਹੋਣ, ਲੇਕਿਨ ਇਸ ਕੇਸ ਦੇ ਵਿੱਚ ਅਕਾਕ ਵੀ ਉੱਥੇ ਕਿਸਾਨ ਸੜਕ ਤੇ ਬੈਠੇ ਹੋਣਗੇ, ਤੂੰ ਜਾਈ ਗੱਡੀ ਚੜਾ ਦੀ, ਨਾ ਤਾਂ ਮਿਸ਼ਰਾ ਜੀ ਨੇ ਕਿਹਾ ਹੋਏਗਾ ਨਾ ਉਹਦੇ ਬੇਟੇ ਨੂੰ। ਔਰ ਇਹ ਕਿਹਾ ਜਾ ਰਿਹਾ ਹਾਲੇ ਤੱਕ ਦਾ ਸਾਨੂੰ ਸੁਣਨ ਨੂੰ ਮਿਲਿਆ ਕਿ ਉਹ ਗੱਡੀਆਂ ਜ਼ਰੂਰ ਉਹਦੀਆਂ ਸੀਗੀਆਂ, ਲੇਕਿਨ ਉਹ ਗੱਡੀ ਦੇ ਵਿੱਚ ਮੌਜੂਦ ਨਹੀਂ ਸੀਗਾ। ਪਰ ਮੈਂ ਵੀ ਇਹ ਦਾਅਵੇ ਨਾਲ ਕੁਝ ਨਹੀਂ ਕਹਿ ਰਿਹਾ ਗਾ। ਮੈਂ ਤਾਂ ਇਹ ਜਿਹੜੇ ਤੱਥ ਹੈ ਪੁਲਿਸ ਜਾਂਚ ਕਰੇਗੀ। ਜੇ ਉਹ ਉੱਥੇ ਪ੍ਰੈਜ਼ੈਂਟ ਸੀ, ਉਹਨੇ ਗੱਡੀ ਚੜਾਈ ਹੈ, ਤਾਂ ਫਿਰ ਉਹ ਦੋਸ਼ੀ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਲੇਕਿਨ ਜੋ ਉੱਥੇ ਪ੍ਰੈਜ਼ੈਂਟ ਹੀ ਹੈ ਨਹੀਂ, ਮੇਰੀ ਕੋਈ ਗੱਡੀ ਲਿਜਾ ਕੇ ਕਿਸੇ ਨੇ ਐਕਸੀਡੈਂਟ ਕਰ ਦਿਓ, ਉਹਦੇ 'ਚ ਮੇਰਾ ਤਾਂ ਕੋਈ ਦੋਸ਼ ਨਹੀਂ ਹੈ। ਸੂਦ ਸਾਹਿਬ, ਮਨੋਹਰ ਲਾਲ ਖੱਟੜ ਕਹਿੰਦੇ ਨੇ ਕਿ ਜਿੱਥੇ ਵੀ ਕਿਸਾਨ ਇਕੱਠ ਕਰਦੇ ਨੇ, ਤੁਹਾਡਾ ਵਿਰੋਧ ਕਰਦੇ ਨੇ, ਲਾਠੀ ਡੰਡੇ ਚੱਕ ਲਓ। ਨਹੀਂ, ਮੈਂ ਉਹਨਾਂ ਦਾ ਇਹ ਬਿਆਨ ਨਹੀਂ ਸੁਣਿਆ, ਪਰ ਮੈਨੂੰ ਨਹੀਂ ਲੱਗਦਾ ਕਿ ਮਨੋਹਰ ਲਾਲ ਖੱਟੜ ਜੀ ਨੇ ਕੋਈ ਇਸ ਤਰੀਕੇ ਦਾ ਕਿਤੇ ਕੋਈ ਇਹੋ ਜਿਹੀ ਗੱਲ ਉਹ ਕਰ ਸਕਦੇ ਨੇ। ਉਹ ਬੜੇ ਭਾਰਤੀ ਜਨਤਾ ਪਾਰਟੀ ਦੇ ਬੜੇ ਸੀਨੀਅਰ ਔਰ ਸੁਲਝੇ ਹੋਏ ਨੇਤਾ ਨੇ, ਸਾਡੇ ਮੁੱਖ ਮੰਤਰੀ ਨੇ। ਮੈਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ। ਸੰਯੁਕਤ ਮੋਰਚੇ ਵੱਲੋਂ 26 ਤਰੀਕ ਨੂੰ ਲਖਨਊ ਦੇ ਵਿੱਚ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਜੋ ਵੀ ਕਿਸਾਨਾਂ ਦੇ ਉੱਤੇ ਤਸ਼ੱਦਦ ਢਾਇਆ ਗਿਆ ਯੂਪੀ ਦੇ ਵਿੱਚ, ਜਾਂ ਫਿਰ ਜੋ ਕਿਸਾਨ ਅਕਾਲ ਚਲਾਣਾ ਕਰ ਗਏ ਨੇ, ਉਹਨਾਂ ਦੇ ਲਈ ਉੱਥੇ ਇਕੱਠ ਕੀਤਾ ਜਾ ਰਿਹਾ। ਕਿਸ ਤਰ੍ਹਾਂ ਵੇਖਦੇ ਹੋ? ਨਹੀਂ, ਇਹ ਡੈਮੋਕ੍ਰੇਸੀ ਹੈ ਜੀ। ਮੈਨੂੰ ਲੱਗਦਾ ਕਿ ਦੇਸ਼ ਦੇ ਸੰਵਿਧਾਨ ਦੇ ਵਿੱਚ ਵੀ, ਦੇਸ਼ ਦੇ ਕਾਨੂੰਨ ਦੇ ਵਿੱਚ ਵੀ ਕਿਸੇ ਨੂੰ ਵੀ ਇਕੱਠ ਕਰਨ ਦਾ, ਕਾਨੂੰਨ ਦੇ ਤਹਿਤ ਜੋ ਉੱਥੋਂ ਦੀਆਂ ਅੱਜ ਕੱਲ੍ਹ ਕਰੋਨਾ ਦੇ ਪ੍ਰੋਟੋਕੋਲ ਨੇ ਜਾਂ ਉੱਥੋਂ ਦਾ ਕਾਨੂੰਨ ਜੋ ਵੀ ਇਜਾਜ਼ਤ ਦਿੰਦਾ, ਸਭ ਨੂੰ ਪੂਰੀ ਆਜ਼ਾਦੀ ਹੈ। ਲੋਕਤੰਤਰਿਕ ਦੇਸ਼ ਹੈ। ਸੂਦ ਸਾਹਿਬ, ਤੁਸੀਂ ਕਿਹਾ ਕਿ ਸਿਆਸੀ ਲਾਹਾ ਲੈ ਰਹੇ ਨੇ ਇਸ ਅੰਦੋਲਨ ਦੀ ਆੜ ਦੇ ਵਿੱਚ। ਤੁਹਾਨੂੰ ਕੀ ਲੱਗਦਾ ਜਿਹੜੇ ਬਜ਼ੁਰਗ, ਬੱਚੇ, ਮਹਿਲਾਵਾਂ ਨੇ, ਇਹ ਸਿਆਸੀ ਲਾਹਾ ਲੈ ਰਹੇ ਨੇ ਉੱਥੇ? ਨਹੀਂ, ਬਜ਼ੁਰਗ, ਬੱਚੇ, ਮਹਿਲਾਵਾਂ ਸਿਆਸੀ ਲਾਹਾ ਨਹੀਂ ਲੈ ਰਹੇ। ਮੈਂ ਬਿਲਕੁਲ ਨਹੀਂ ਕਿਹਾ। ਮੈਂ ਕਿਹਾ ਜਿਹੜੇ ਇਹਦੇ ਪਿੱਛੇ ਕੁਝ ਤਾਕਤਾਂ ਐਸੀਆਂ ਨੇ
ਜਿਹੜੇ ਕਿਸਾਨ ਹਿਤੈਸ਼ੀ ਨਹੀਂ, ਕਿਸਾਨ ਦਾ ਹਿੱਤ ਨਹੀਂ ਚਾਹੁੰਦੇ, ਪੰਜਾਬ ਦਾ ਹਿੱਤ ਨਹੀਂ ਚਾਹੁੰਦੇ, ਪੰਜਾਬ ਦਾ ਹਿੰਦੂ ਸਿੱਖ ਭਾਈਚਾਰੇ ਨੂੰ ਨਜ਼ਰ ਲਾਣਾ ਚਾਹੁੰਦੇ ਆ, ਉਹ ਤਾਕਤਾਂ ਕੁਛ ਤਰੀਕੇ ਦੇ ਨਾਲ ਕੁਝ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ। ਮੇਰਾ ਸਿਰਫ ਇੰਨਾ, ਉਹ ਕੁਝ ਲੋਕ ਨੇ, ਚੰਦ ਲੋਕ ਨੇ। ਕੌਣ ਨੇ ਉਹ ਚੰਦ ਲੋਕ? ਕੁਝ ਵੀ ਹੋਣਗੇ ਜਿਹੜੇ ਆਪਣਾ, ਤੁਸੀਂ ਪੰਜਾਬ ਦੇ ਵਿੱਚ ਅਸੀਂ ਉਗਰਵਾਦ ਤੋਂ ਪਹਿਲਾਂ ਵੀ ਦੇਖਿਆ, ਜਿਹੜੇ ਅਰਬਨ ਨਕਸਲਾਈਟ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਹਥਿਆਰਬੰਦ ਅੰਦੋਲਨ ਵੀ ਚਲਾਇਆ। ਅੱਜ ਉਹ ਲੋਕ ਆਪਣੀ ਜਿਹੜੀ ਹੋਂਦ ਨੂੰ ਜਿੰਦਾ ਰੱਖਣ ਦੇ ਲਈ ਕਦੇ ਉਹ ਸੀਏ ਦੇ ਅੰਦੋਲਨ ਨੂੰ ਜਾਗਰੂਕ ਕਰਦੇ ਨੇ, ਉੱਥੇ ਭਰਮ ਫੈਲਾਉਂਦੇ ਨੇ ਕਿ ਅਸੀਂ ਜਿਹੜਾ ਹੈਗਾ ਤੁਹਾਡਾ ਇਹ ਮੁਸਲਮਾਨਾਂ ਦੀ ਨਾਗਰਿਕਤਾ ਖੋਹਣ ਵਾਲਾ ਕਾਨੂੰਨ ਹੈ। ਕਦੇ ਉਹ ਕਿਸਾਨ ਅੰਦੋਲਨ ਦੇ ਤਹਿਤ ਇਸ ਤਰ੍ਹਾਂ ਕਿ ਜਿਹੜੀ ਜ਼ਮੀਨਾਂ ਦੀ ਕੁਰਕੀ ਹੋ ਜੂਗੀ, ਜਦ ਕਿ ਉਹਦੇ 'ਚ ਕੁਰਕੀ ਹੋ ਹੀ ਨਹੀਂ ਸਕਦੀ, MSP ਖਤਮ ਹੋ ਜੂ। MSP ਖਤਮ, ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਤਾ। ਕਿਸੇ ਪ੍ਰਕਾਰ ਦਾ ਕਿਸਾਨ ਦੇ ਉੱਤੇ ਇੱਕ ਨਵੇਂ ਪੈਸੇ ਦਾ ਵੀ ਜੁਰਮਾਨਾ ਨਹੀਂ ਹੋ ਸਕਦਾ। ਸਾਰੀਆਂ ਚੀਜ਼ਾਂ ਦੀ ਪ੍ਰੋਵੀਜ਼ਨ, ਸਭ ਚੀਜ਼ਾਂ ਦੀ ਗੱਲ ਤਸੱਲੀ ਕਰਾ ਕੇ, ਲੇਕਿਨ ਕੁਝ ਲੋਕ, ਮੈਂ ਉਹੀ ਕਹਿ ਰਿਹਾ ਕਿ ਇਹ ਜਿਹੜੇ ਨੇ, ਅੱਜ ਤੋਂ ਤੁਹਾਨੂੰ ਯਾਦ ਹੋਏਗਾ ਭਾਖੜਾ ਡੈਮ ਜਦੋਂ ਬਣਿਆ ਸੀਗਾ, 10 ਸਾਲ ਤੱਕ ਇਹਨਾਂ ਲੋਕਾਂ ਨੇ, ਇਹਨਾਂ ਤਾਕਤਾਂ ਨੇ, ਸੋਚ ਵਾਲੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਸੀਗਾ ਕਿ ਪਾਣੀ 'ਚੋਂ ਬਿਜਲੀ ਕੱਢ ਕੇ ਫੋਕਾ ਪਾਣੀ ਕਿਸਾਨ ਨੂੰ, ਪੰਜਾਬ ਦੇ ਕਿਸਾਨ ਨੂੰ ਦਿੱਤਾ ਜਾ ਰਿਹਾ। ਮੈਨੂੰ ਦੱਸ ਦਿਓ ਉਹਦੇ ਵਿੱਚ ਕੀ ਸੱਚ ਸੀਗਾ। 10 ਸਾਲ ਇਹ ਅੰਦੋਲਨ ਚੱਲਿਆ ਸੀ। ਸੋ ਇਹ ਸਨ ਚੰਡੀਗੜ੍ਹ ਤੋਂ ਭਾਜਪਾ ਪ੍ਰਧਾਨ ਅਰੁਣ ਸੂਦ, ਜਿਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਕੁਝ ਲੋਕ ਸਿਆਸੀ ਲਾਹਾ ਲੈ ਰਹੇ ਨੇ। ਕੈਮਰਾਮੈਨ ਸਿਮਰਨ ਦੇ ਨਾਲ ਸਤਵਿੰਦਰ ਰੰਧਾਵਾ, ਵਿਜ਼ਨ ਪੰਜਾਬ TV, ਚੰਡੀਗੜ੍ਹ।